ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 28 ਜਨਵਰੀ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਇਮਰਾਨ ਰਿਆਜ਼ ਸਾਹਿਬ ਦੇ ਬਾਰੇ। ਇਸ ਵੇਲੇ ਪੂਰੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਤਰਥੱਲੀ ਪਈ ਹੈ ਔਰ ਉਹ ਹੈ ਕਿ ਇਮਰਾਨ ਰਿਆਜ਼ ਸਾਹਿਬ ਕਿੱਥੇ ਨੇ ਤੇ ਉਹਨਾਂ ਦਾ ਕਿੱਥੋਂ ਦਾ ਵੀਜ਼ਾ ਲੱਗ ਗਿਆ। ਕਈ ਦੋਸਤ ਜਿਹੜੇ ਨੇ ਉਹ ਇਹ ਕਲੇਮ ਕਰ ਰਹੇ ਨੇ ਵੀ ਵੀਜ਼ਾ ਮੈਂ ਲਵਾਤਾ ਹੈ, ਤੇ ਕਈ ਆਂਦੇ ਨੇ ਮੈਂ ਲਵਾਤਾ, ਤੇ ਕਈ ਆਂਦੇ ਨੇ ਫਲਾਣੇ ਮੁਲਕ ਦਾ ਲਵਾਤਾ ਹੈ, ਤੇ ਕਈ ਆਂਦੇ ਨੇ ਟਮਕਾਨੇ ਮੁਲਕ ਦਾ ਲਵਾਤਾ ਹੈ। ਇਸੇ ਤਰ੍ਹਾਂ ਜਿਹੜੇ ਇਮਰਾਨ ਰਿਆਜ਼ ਸਾਹਿਬ ਨੂੰ ਚਾਹਣ ਵਾਲੇ ਨੇ ਉਹ ਪੁੱਛਦੇ ਫਿਰਦੇ ਨੇ ਕਿ ਇਮਰਾਨ ਰਿਆਜ਼ ਸਾਹਿਬ ਹੈ ਕਿੱਥੇ ਨੇ, ਮਹਿਫੂਜ਼ ਨੇ। ਜ਼ਾਹਿਰ ਹੈ ਜੋ ਕੁਝ ਅਰਸ਼ਦ ਸ਼ਰੀਫ ਸਾਹਿਬ ਨਾਲ ਹੋ ਗਿਆ ਹੋਇਆ ਉਸ ਤੋਂ ਬਾਅਦ ਲੋਕੀ ਹਰ ਉਹ ਸ਼ਖਸ ਜਿਹੜਾ ਆਵਾਜ਼ ਚੁੱਕਦਾ ਉਹਦੇ ਬਾਰੇ ਪਰੇਸ਼ਾਨ ਨੇ ਕਿ ਕਿਤੇ ਉਹਦੀ ਜਾਨ ਨਾ ਲੈ ਲਈ ਜਾਏ। ਇਹਨਾਂ ਹਾਲਾਤ ਦੇ ਵਿੱਚ ਮੈਂ ਕਦੇ ਪਹਿਲਾਂ ਤਾਂ ਇਸ ਮਾਮਲੇ ਦੇ ਉੱਤੇ ਗੱਲ ਨਹੀਂ ਕੀਤੀ, ਲੇਕਿਨ ਹੁਣ ਕਿਉਂਕਿ ਬੜਾ ਹੀ ਰੌਲਾ ਪਿਆ ਹੋਇਆ ਹਰ ਪਾਸੇ, ਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਾਂ। ਜਿੰਨੀ ਕੁ ਇਨਫੋਰਮੇਸ਼ਨ ਮੈਨੂੰ ਹੈ ਉਹ ਇਹ ਹੈ ਕਿ ਇਮਰਾਨ ਰਿਆਜ਼ ਸਾਹਿਬ ਜਿੱਥੇ ਵੀ ਹੈ ਨੇ ਉੱਥੇ ਮਹਿਫੂਜ਼ ਨੇ ਔਰ ਉਹ ਪਾਕਿਸਤਾਨ 'ਚ ਨਹੀਂ ਹੈਗੇ। ਬੜੀ ਦੇਰ ਤੋਂ ਪਾਕਿਸਤਾਨ ਤੋਂ ਨਿਕਲ ਗਏ ਨੇ। ਜਦੋਂ ਮੈਂ ਦੇਰ ਤੋਂ ਆਉਣਾ ਤਾਂ ਕਮ ਅਜ਼ ਕਮ ਜਿੰਨਾ ਕੁ ਮੈਨੂੰ ਇਲਮ ਹੈ 2 ਮਹੀਨੇ ਤਕਰੀਬਨ ਹੋ ਗਏ ਨੇ ਉਹਨਾਂ ਨੂੰ ਪਾਕਿਸਤਾਨ ਤੋਂ ਨਿਕਲਿਆ ਹੋਇਆ। ਦਸੰਬਰ ਦੇ ਕਿਤੇ ਸ਼ੁਰੂ 'ਚ ਜਾਂ ਅੱਗੇ ਪਿੱਛੇ ਉਹ ਪਾਕਿਸਤਾਨ ਤੋਂ ਨਿਕਲੇ ਨੇ। ਐਗਜ਼ੈਕਟ ਡੇਟ ਦਾ ਮੈਨੂੰ ਵੀ ਨਹੀਂ ਪਤਾ, ਲੇਕਿਨ ਜਿਹੜਾ ਮੈਨੂੰ ਪਤਾ ਹੈ ਉਹ ਮੈਂ ਤੁਹਾਨੂੰ ਦੱਸ ਸਕਦਾ। ਉਹ ਜਿੱਥੇ ਵੀ ਨੇ ਉਹ ਇਸ ਵੇਲੇ ਮਹਿਫੂਜ਼ ਨੇ। ਐਗਜ਼ੈਕਟ ਉਹਨਾਂ ਦੀ ਲੋਕੇਸ਼ਨ ਤੇ ਮੈਨੂੰ ਵੀ ਨਹੀਂ ਪਤਾ, ਨਾ ਮੈਂ ਉਹਨਾਂ ਕੋਲੋਂ ਕਦੇ ਪੁੱਛੀ ਹੈ, ਲੇਕਿਨ ਜਦੋਂ ਵੀ ਮੇਰੀ ਉਹਨਾਂ ਦੀ ਗੱਲ ਹੋਈ ਹੈ ਉਹਨਾਂ ਮੈਨੂੰ ਇਹ ਦੱਸਿਆ ਹੈ ਕਿ ਮੈਂ ਆਪਣਾ ਖਿਆਲ ਵੀ ਕਰ ਰਿਹਾ ਅਤੇ ਮੈਂ ਮਹਿਫੂਜ਼ ਵੀ ਹਾਂ। ਬਹਰਹਾਲ ਉਹਨਾਂ ਨੇ ਜਿਹੜੇ ਆਪਣੇ ਵੀਜ਼ੇ ਦਾ ਉਹਨਾਂ ਦਾ ਪ੍ਰੋਸੈਸ ਹੈ ਉਹਦੇ 'ਤੇ ਵੀ ਮੈਂ ਬਹੁਤੀ ਗੱਲ ਨਹੀਂ ਕਰਾਂਗਾ। ਉਹ ਡਿਫਰੈਂਟ ਜਿਹੜੀਆਂ ਸਹਾਫੀਆਂ ਦੀਆਂ ਆਰਗੇਨਾਈਜੇਸ਼ਨਾਂ ਨੇ ਉਹਨਾਂ ਨਾਲ ਵੀ ਉਹ ਲਿੰਕ ਨੇ, ਡਿਫਰੈਂਟ ਅੰਬੈਸੀਆਂ ਨਾਲ ਵੀ, UN ਨਾਲ ਵੀ ਉਹਨਾਂ ਦੀ ਗੱਲਬਾਤ ਸਾਰਿਆਂ ਦੇ ਨਾਲ ਹੁੰਦੀ ਰਹਿੰਦੀ ਹੈ। ਅਤੇ ਕੁਝ ਜਿਹੜੇ ਓਵਰਸੀਜ਼ ਇਫੈਕਟਿਵ ਪਾਕਿਸਤਾਨੀ ਨੇ, ਕੋਈ ਅਮਰੀਕਾ 'ਚ ਬੈਠੇ ਨੇ, ਕੋਈ UK 'ਚ ਬੈਠੇ ਨੇ, ਕੋਈ ਹੋਰ ਮੁਲਕਾਂ 'ਚ ਬੈਠੇ ਨੇ, ਆਸਟ੍ਰੇਲੀਆ 'ਚ ਬੈਠੇ ਨੇ, ਉਹ ਵੀ ਉਹਨਾਂ ਨਾਲ ਰਾਬਤੇ 'ਚ ਨੇ ਅਤੇ ਆਪਣਾ ਉਹ ਵੀ ਉਹਦੇ ਵਿੱਚ ਜੋ ਵੀ ਕਰ ਸਕਦੇ ਨੇ ਉਹਨਾਂ ਦੀ ਮਦਦ ਜਾਂ ਉਹਨਾਂ ਦੇ ਨਾਲ ਗੁਫ਼ਤਗੂ ਉਹ ਵੀ ਕਰਦੇ ਰਹਿੰਦੇ ਨੇ। ਇਸ ਵਾਸਤੇ ਜਿਹੜਾ ਪੂਰਾ ਇੱਕ ਤੂਫਾਨ ਬਰਪਾ ਕਰ ਦਿੱਤਾ ਗਿਆ, ਇਹਦੇ ਵਿੱਚ ਮੇਰਾ ਮਸ਼ਵਰਾ ਇਹੀ ਹੈ ਕਿ ਇਸ ਗੱਲ ਨੂੰ ਜ਼ਿਆਦਾ ਡਿਸਕਸ ਨਾ ਕੀਤਾ ਜਾਏ। ਇਹ ਗੱਲ ਉਹਨਾਂ ਦੇ ਉੱਤੇ ਛੱਡੀ ਜਾਏ ਕਿ ਉਹ ਕਿਸ ਵੇਲੇ ਅਨਾਊਂਸ ਕਰਨਾ ਚਾਹੁੰਦੇ ਨੇ ਵੀ ਉਹ ਕਿਹੜੇ ਮੁਲਕ ਨੇ ਔਰ ਉਹ ਕਿੱਥੇ ਪਹਿਲਾਂ ਅਪੜੇ ਨੇ ਜਾਂ ਬਾਅਦ 'ਚ ਕਿੱਥੇ ਅਪੜੇ ਨੇ, ਜਾਂ ਉਹਨਾਂ ਕਿਹੜੇ ਮੁਲਕ ਜਾਣਾ ਹੈ, ਜਾਂ ਕਿਹਦਾ ਵੀਜ਼ਾ ਉਹਨਾਂ ਨੂੰ ਲੱਭਣਾ ਹੈ ਜਾਂ ਕਿਹਦਾ ਨਹੀਂ ਲੱਭਣਾ, ਕਿਹਦਾ ਲੱਭ ਗਿਆ ਹੈ, ਕਿਹਦੀ ਉਹ ਕੋਸ਼ਿਸ਼ ਕਰ ਰਹੇ ਨੇ ਜਾਂ ਕਿਹਦੀ ਨਹੀਂ ਕਰ ਰਹੇ। ਇਹ तमाम ਚੀਜ਼ਾਂ ਉਹਨਾਂ 'ਤੇ ਛੱਡਦੀਆਂ ਜਾਣ। ਹਾਲਾਂਕਿ ਮੈਨੂੰ ਕਾਫੀ ਸਾਰੀਆਂ ਚੀਜ਼ਾਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਹੈ, ਲੇਕਿਨ ਇਹ ਜ਼ਰੂਰੀ ਨਹੀਂ ਕਿ ਜਿਹੜੀ ਗੱਲ ਪਤਾ ਹੈ ਉਹ ਪੂਰੀ ਦੁਨੀਆ ਦੇ ਸਾਹਮਣੇ ਖੋਲ੍ਹ ਕੇ ਰੱਖ ਦਿੱਤੀ ਜਾਏ ਅਤੇ ਉਸ ਬੰਦੇ ਦਾ ਕੋਈ ਨਾ ਕੋਈ ਨੁਕਸਾਨ ਕਰਾਇਆ ਜਾਏ। ਇਸ ਵਾਸਤੇ ਮੇਰਾ ਮਸ਼ਵਰਾ ਸਾਰੇ ਸੱਜਣਾਂ ਨੂੰ, ਸਾਰੇ ਦੋਸਤਾਂ ਨੂੰ ਇੱਕੋ ਹੀ ਹੈ ਵੀ ਇਹ ਗੱਲ ਜਿਹੜੀ ਹੈ ਉਹਨਾਂ ਨੂੰ, ਕਿਉਂਕਿ ਰੱਬ ਨੇ ਜ਼ੁਬਾਨ ਵੀ ਦਿੱਤੀ ਹੈ, ਆਪਣਾ ਰੋਜ਼ ਉਹ ਵੀਲਾਗ ਵੀ ਕਰਦੇ ਨੇ, ਟਵਿੱਟਰ ਵੀ ਚਲਾਉਂਦੇ ਨੇ, ਉਹਨਾਂ ਜਿਹੜਾ ਐਲਾਨ ਕਰਨਾ ਹੋਏਗਾ ਆਪੇ ਕਰ ਦੇਣਗੇ। ਤੁਸੀਂ ਐਵੇਂ ਹੀ ਖਾਮਖਾ ਉਹਨਾਂ ਲਈ ਮੁਸ਼ਕਿਲਾਤ ਕਿਉਂ ਖੜੀਆਂ ਕਰਦੇ ਹੋ ਜਾਂ ਉਹਨਾਂ ਨਾਲ ਰਿਲੇਟਡ ਦੂਸਰੇ ਲੋਕਾਂ ਲਈ ਮੁਸ਼ਕਿਲਾਤ ਕਿਉਂ ਖੜੀਆਂ ਕਰਦੇ ਹੋ। ਅਤੇ ਇਹ ਤਾਂ ਸੀ ਪਹਿਲੀ ਖਬਰ ਕਿ ਇਮਰਾਨ ਰਿਆਜ਼ ਸਾਹਿਬ ਕਿੱਥੇ ਨੇ, ਉਹਨਾਂ ਨੂੰ ਕਿੱਥੋਂ ਦਾ ਵੀਜ਼ਾ ਲੱਭਾ। ਮੈਂ ਇਹ ਸਮਝਣਾ ਹੈ ਵੀ ਅਸੀਂ ਹਰ ਵੇਲੇ ਟੋਅ 'ਚ ਲੱਗੇ ਰਹਿੰਦੇ। ਟੋਅ ਦਾ ਮਤਲਬ ਹੁੰਦਾ ਵੀ ਅੰਦਰਲੀ ਗੱਲ, ਕੋਈ ਵਿਚਲੀ ਗੱਲ ਦੱਸੋ। ਵਿਚਲੀ ਬੰਦੇ ਜਿਸ ਵੇਲੇ ਮਿਲਦੇ ਨੇ ਤਾਂ ਉਹ ਪੁੱਛਦੇ ਨੇ ਵੀ ਗਿੱਲ ਸਾਹਿਬ ਵਿਚਲੀ ਗੱਲ ਦੱਸੋ, ਹੁਣ ਅੱਗੋਂ ਕੀ ਹੋਏਗਾ। ਅਤੇ ਹਰ ਬੰਦਾ ਵਿਚਲੀ ਗੱਲ ਲੱਭਦਾ ਫਿਰਦਾ। ਇਹ ਸਾਡਾ ਪਾਕਿਸਤਾਨੀਆਂ ਦਾ ਇਹੀ ਇੱਕ ਰੌਲਾ ਹੈ ਵੀ ਅਸੀਂ ਵਿਚਲੀ ਗੱਲ ਲੱਭਦੇ ਲੱਭਦੇ ਅਤੇ ਵਿਚਲੀ ਜਿਹੀ ਕਿਸੇ ਮੁਸੀਬਤ 'ਚ ਫਸ ਜਾਂਦੇ ਹਾਂ ਅਤੇ ਬਸ ਉਂਗਲ ਕਿਸੇ ਗਲਤ ਥਾਂ 'ਤੇ ਪਾ ਬੈਠਦੇ ਹਾਂ, ਕਿਉਂਕਿ ਸਾਡੀ ਪੂਰੀ ਦੀ ਪੂਰੀ ਮੁਸ਼ੱਕਤ ਇਹੀ ਹੁੰਦੀ ਹੈ ਕਿ ਸਾਨੂੰ ਵਿਚਲੀ ਗੱਲ ਲੱਭ ਜਾਏ। ਸਾਡੇ ਤਾਂ ਜਿਹੜੇ ਗਾਉਣ ਨੇ ਉਹ ਵੀ ਇਹੋ ਜਿਹੇ ਨੇ ਵੀ ਨਾਲ ਦਿਆਂ ਦੇ ਘਰ ਬਾਬੇ ਦੀ ਕਹਾਣੀ ਫਿੱਟ ਹੈ, ਵੀ ਘਰ ਨਾਲ ਵਾਲਿਆਂ ਦਾ ਉੱਥੇ ਬਾਬੇ ਦੀ ਕਹਾਣੀ ਫਿੱਟ ਹੈ, ਜਾਂ ਤਾਂ ਤੁਸੀਂ ਫਿੱਟ ਕਰਨੀ ਹੈ ਤਾਂ ਦੱਸੋ, ਅਤੇ ਨੌ ਸਹੁਰੇ ਦੀ ਆਪਸ ਵਿੱਚ ਕੋਈ ਗਿੱਟ ਮਿੱਟ ਹੈ। ਇਹ ਸਾਡੇ ਗਾਣੇ ਜੇ, ਇਹ ਬੋਲ ਮੈਂ ਤੁਹਾਨੂੰ ਕਿਸੇ ਗਾਣੇ ਦੇ ਸੁਣਾਏ ਜੇ। ਅਤੇ ਮਤਲਬ ਉਹ ਹੀ ਹੈ ਵੀ ਦੂਜੇ ਦੀ ਗੱਲ ਕਰਨੀ ਹੈ। ਹਰ ਵੇਲੇ ਤੁਸੀਂ ਕਿਤੇ ਬੰਦੇ ਵੇਖੋ ਬੈਠੇ ਤਾਸ਼ ਕੁੱਟਦੇ ਅਤੇ ਉਹ ਵੀ ਲੋਕਾਂ ਦੀ ਬੁਰਾਈ ਕਰਨ ਡਏ ਹੁੰਦੇ ਨੇ, ਅਤੇ ਜੇ ਕਿਤੇ ਜ਼ਨਾਨੀਆਂ ਬੈਠੀਆਂ ਵੇਖ ਲਓ। ਲੇਕਿਨ ਇੱਕ ਕੰਮ ਜਿਹੜਾ ਹੈ ਨਾ ਉਹ ਬੜਾ ਖੂਬਸੂਰਤ ਹੈ। ਪਿਛਲੇ ਦਿਨੋਂ ਬੜੀ ਹੀ ਭਰਵੀਂ ਅੰਗਰੇਜ਼ੀ ਦੇ ਵਿੱਚ ਇੱਕ ਸਾਹਿਬ ਨੇ ਟਵਿੱਟਰ ਦੇ ਉੱਤੇ ਇਨਕੇਡੂ, ਉਹਨਾਂ ਨੇ ਇਹ ਤਜਜ਼ੀਆ ਲਿਖਿਆ ਸੀ। ਉਹ ਬੜਾ ਸੁਥਰਾ ਤਜਜ਼ੀਆ ਲਿਖਿਆ ਸੀ, ਮੈਂ ਬੜਾ ਮੁਤਾਸਰ ਹੋਇਆ। ਬੜੀ ਭਰਵੀਂ, ਨਿੱਘੀ ਅਤੇ ਗੂੜ੍ਹੀ ਅੰਗਰੇਜ਼ੀ 'ਚ ਉਹਨਾਂ ਲਿਖਿਆ ਸੀ ਕਿ ਇਹ ਜਿਹੜਾ ਬੜੇ ਤਹੱਮਲ ਦੇ ਨਾਲ ਅਤੇ ਬੜੇ ਇਨਹਮਾਕ, ਉਰਦੂ ਦਾ ਲਫ਼ਜ਼ ਤੇ ਮੈਂ ਆਖ ਸਕਦਾ, ਅਤੇ ਮੇਰਾ ਖਿਆਲ ਹੈ ਕਿ ਪੰਜਾਬੀ 'ਚ ਆਖਾਂਗੇ ਵੀ ਬੜੇ ਚਿੱਤ ਦੇ ਨਾਲ ਅਤੇ ਬੜੇ ਧਿਆਨ ਦੇ ਨਾਲ ਇਹ ਜਿਹੜੀ ਗੱਲਬਾਤ ਸੁਣਨ ਦਾ ਆਰਟ ਹੈ ਨਾ, ਉਹਨੇ ਆਖਿਆ ਵੀ ਇਹ ਜਿਹੜੀਆਂ ਹਾਊਸ ਵਾਈਫਸ ਹੁੰਦੀਆਂ ਨੇ, ਘਰੇਲੂ ਜ਼ਨਾਨੀਆਂ ਜਿਹੜੀਆਂ 5-7 ਕਿਤੇ ਵੀ ਇਕੱਠੀਆਂ ਹੋਈਆਂ ਨੇ, ਉਹਨਾਂ ਤੋਂ ਵੱਧ ਉਹਨਾਂ ਨੇ ਕਿਹਾ ਕਿਤੇ ਨਹੀਂ ਹੁੰਦਾ। ਅਸਲ ਡਿਸਕਸ਼ਨ ਉੱਥੇ ਚੱਲਣ ਡਈ ਸੀ ਕਮਿਊਨੀਕੇਸ਼ਨ ਸਾਇੰਸਿਸ ਦੀ, ਅਤੇ ਉੱਥੇ ਗੱਲ ਇਹ ਹੋਣ ਡਈ ਸੀ ਕਿ ਜਿਸ ਵੇਲੇ ਵਜਾਦ ਸਈਦ ਖਾਨ ਨੇ ਗੱਲ ਕੀਤੀ ਅਤੇ ਮੋਹਿਤ ਪੀਰਜ਼ਾਦਾ ਕਿੱਡੇ
ਧਿਆਨ ਦੇ ਨਾਲ ਗੱਲ ਸੁਣ ਰਿਹਾ ਸੀ ਔਰ ਨੋਡ ਵੀ ਕਰ ਰਿਹਾ ਸੀ, ਔਰ ਉਸ ਤੋਂ ਬਾਅਦ ਉਹਨੇ ਉਹਨਾਂ ਨੂੰ ਥਾਪੀ ਵੀ ਦਿੱਤੀ। ਅਤੇ ਲਿਖਣ ਵਾਲੇ ਨੇ ਲਿਖਿਆ ਕਿ ਇਹ ਕਮਿਊਨੀਕੇਸ਼ਨ ਸਾਇੰਸ ਦੀ ਤਮਾਮ ਜਿਹੜੀ ਜ਼ਰੂਰਤਾਂ ਨੇ ਉਹ ਪੂਰੀਆਂ ਕੀਤੀਆਂ ਉਹਨਾਂ, ਵੀ ਗੱਲ ਸੁਣੀ ਵੀ, ਆਈ ਕੰਟੈਕਟ ਵੀ ਕੀਤਾ ਅਤੇ ਬਾਅਦ ਥਾਪੀ ਵੀ ਦਿੱਤੀ। ਉਹਨਾਂ ਆਖਿਆ ਵੀ ਇਹ ਜਿਹੜੀ ਗੱਲ ਸੁਣਨ ਦਾ ਆਰਟ ਹੈ ਨਾ, ਇਹ ਬੰਦੇ ਨੂੰ ਸਿੱਖਣਾ ਚਾਹੀਦਾ। ਲਿਖਣ ਵਾਲੇ ਨੇ ਲਿਖਿਆ ਵੀ ਇਹਦੇ ਲਈ ਤੁਹਾਨੂੰ ਕੋਰਸ ਕਰਨੇ ਚਾਹੀਦੇ ਨੇ, ਡਿਗਰੀਆਂ ਕਰਨੀਆਂ ਚਾਹੀਦੀਆਂ ਨੇ, ਅਤੇ ਜਦੋਂ ਪਹਿਲੀ ਨੌਕਰੀ ਸ਼ੁਰੂ ਕਰੋ ਉਹਦੇ ਵਿੱਚ ਕੋਸ਼ਿਸ਼ ਕਰੋ ਕਿ ਸ਼ੁਰੂ 'ਚ ਹੀ ਇਹੋ ਜਿਹਾ ਕੋਰਸ ਕਰੋ ਕਿਸੇ ਯੂਨੀਵਰਸਿਟੀ ਤੋਂ ਜਾ ਕੇ, ਅਤੇ ਇਹ ਗੱਲ ਸਿੱਖ ਲਓ। ਉਹਦੇ 'ਤੇ ਇਨਕੇਡੂ ਨੇ, ਮੈਂ ਜਿਸ ਤਰ੍ਹਾਂ ਤੁਹਾਨੂੰ ਆਖਿਆ ਵੀ ਬੜੀ ਸੰਘਣੀ ਔਰ ਭਰਵੀਂ ਅੰਗਰੇਜ਼ੀ 'ਚ ਲਿਖਿਆ ਕਿ ਭਾਈ ਇਹਦੇ ਵਿੱਚ ਕੋਰਸ ਕਰਨ ਦੀ ਲੋੜ ਕੋਈ ਨਹੀਂ, ਸਾਡੀ ਆਪਣੀ ਕਿਸੇ ਵੀ ਮਾਮੀ, ਫੁੱਫੀ, ਖਾਲਾ, ਮਾਸੀ, ਚਾਚੀ ਨੂੰ ਵੇਖ ਲਿਆ ਕਰੋ, ਜਦੋਂ 5-7 ਖਲੋਤੀਆਂ ਹੁੰਦੀਆਂ ਨੇ, ਉਹ ਵੇਖੋਗੇ ਵੀ ਉਹ ਇੱਕੋ ਹੀ ਬੋਲੇਗੀ ਅਤੇ ਬਾਕੀ ਸਾਰੀਆਂ ਸੁਣਨਗੀਆਂ। ਇਹ ਹੁਣ ਤੁਸੀਂ ਵੀ ਚੇਤੇ ਕਰੋ, ਜਦੋਂ ਕਿਸੇ ਕਿੱਟੀ ਪਾਰਟੀ 'ਤੇ ਜਾਂਦੇ ਹੋ ਜਾਂ ਕਮੇਟੀ ਪਾਰਟੀ 'ਤੇ ਜਾਂਦੇ ਹੋ, ਜਿਸ ਵੇਲੇ ਕਿਸੇ ਭੋਗ 'ਤੇ ਜਾਂਦੇ ਹੋ, ਮਤਲਬ ਕਿ ਫੌਤਗੀ 'ਤੇ ਜਾਂਦੇ ਹੋ, ਜਿਸ ਵੇਲੇ ਤੁਸੀਂ ਕਿਤੇ, ਮੇਰਾ ਮਤਲਬ ਹੈ ਕਿ ਕਿਸੇ ਵਿਆਹ 'ਤੇ ਜਾਂਦੇ ਹੋ, ਕਿਸੇ ਮੰਗਣੀ 'ਤੇ ਜਾਂਦੇ ਹੋ, ਕਿਸੇ ਵੀ ਸੱਦੇ 'ਤੇ ਜਾਂਦੇ ਹੋ ਜਾਂ ਰੋਟੀ 'ਤੇ ਜਾਂਦੇ ਹੋ, ਅਤੇ ਜਿਸ ਵੇਲੇ ਇਹ ਭੈਣਾਂ, ਮਾਵਾਂ, ਬਾਜੀਆਂ ਇਕੱਠੀਆਂ ਬਹਿੰਦੀਆਂ ਨੇ, ਤਾਂ ਤੁਸੀਂ ਵੇਖਿਆ ਹੋਏਗਾ ਵੀ ਇੱਕੋ ਹੀ ਕੁੰਦੀ ਹੈ। ਹਾਂ, 5-7 ਮਹਿਫਲਾਂ ਮਤਲਬ ਕਿ ਟੋਲੀਆਂ ਹੋ ਸਕਦੀਆਂ ਨੇ, ਹਰ ਟੋਲੀ ਦਾ ਆਪਣਾ ਆਪਣਾ ਇੰਟਰਸਟ ਹੁੰਦਾ, ਲੇਕਿਨ ਜਿਹੜੀ ਇੱਕ ਟੋਲੀ ਹੁੰਦੀ ਹੈ ਨਾ 5 ਬੰਦਿਆਂ ਦੀ, ਮਤਲਬ 5 ਖਵਾਤੀਨ ਦੀ ਜਿਹੜੀ ਇੱਕ ਟੋਲੀ ਹੁੰਦੀ ਹੈ, 6 ਦੀ, 8 ਦੀ ਜਾਂ 4 ਦੀ, ਉੱਥੇ ਇੱਕ ਵੇਲੇ 'ਚ ਇੱਕ ਹੀ ਬੋਲੇਗੀ। ਅਤੇ ਭਾਵੇਂ ਉਹ ਇਹ ਹੀ ਗੱਲ ਕਰ ਰਹੀ ਹੋਵੇ ਵੀ ਇਹ ਜਿਹੜਾ ਜੋੜਾ ਹੈ ਨਾ, ਇਹਦੇ 'ਚ ਜਿਹੜਾ ਧਾਗਾ ਲੱਗਾ ਹੈ ਇਹ ਰੰਗ ਛੱਡ ਗਿਆ, ਜੋੜੇ ਨੇ ਨਹੀਂ ਛੱਡਿਆ, ਜਾਂ ਭਾਵੇਂ ਉਹ ਇਹੀ ਗੱਲ ਕਰੇ ਵੀ ਜੋੜਾ ਬੜਾ ਚੰਗਾ ਹੈ ਪਰ ਇਹਦੀ ਸਿਲਾਈ ਚੰਗੀ ਨਹੀਂ, ਜਾਂ ਉਹ ਇਹ ਗੱਲ ਕਰੇ ਕਿ ਇਹ ਜੋ ਕੁਝ ਹੈ ਮੈਂ ਫਲਾਣੇ ਕੋਲੋਂ ਖਰੀਦਦੀ ਹੈ। ਕਿਉਂਕਿ ਸਭ ਤੋਂ ਵੱਡਾ ਜ਼ਨਾਨੀਆਂ ਲਈ ਦੁਨੀਆ ਦਾ, ਜਿਸ ਤਰ੍ਹਾਂ ਸਦਰ ਟਰੰਪ ਲਈ ਸਭ ਤੋਂ ਵੱਡਾ ਮਸਲਾ ਜਿਹੜਾ ਹੈ ਉਹ ਇਸ ਵੇਲੇ ਯੂਕਰੇਨ ਦੀ ਜੰਗ ਹੈ ਜਾਂ ਚਾਈਨਾ ਹੈ ਜਾਂ ਕੋਈ ਹੋਰ ਮਸਲੇ ਨੇ, ਖਵਾਤੀਨ ਦਾ ਸਭ ਤੋਂ ਵੱਡਾ ਮਸਲਾ ਜਿਹੜਾ ਉਹ ਦਰਜੀ ਹੈ। ਤੁਹਾਨੂੰ ਪਤਾ ਪੰਜਾਬੀ ਸ਼ਾਇਰੀ 'ਚ ਵੀ ਉਹ ਆਉਂਦੀ ਹੈ ਵੀ ਟੁੱਟ ਪੈਣੇ ਦਰਜੀ ਨੇ, ਮਤਲਬ ਉੱਥੇ ਵੀ ਜਿਹੜਾ ਸ਼ੇਰ ਹੈ, ਜਿਹੜਾ ਮੇਰਾ ਮਤਲਬ ਚੰਗਾ ਮੰਦਾ ਆਖਣਾ ਹੈ ਉਹ ਦਰਜੀ ਨੂੰ ਹੀ ਆਖਣਾ। ਅਤੇ ਦਰਜੀ ਜਿਹੜਾ ਹੈ ਉਹ ਬੜਾ ਹੀ, ਜਿਹਨੂੰ ਅਸੀਂ ਟੇਲਰ ਆਖਦੇ ਜਾਂ ਦਰਜੀ ਜਾਂ ਮਾਸਟਰ ਸਾਹਿਬ, ਜਿਹੜੇ ਵੀ ਨਾਂ ਨੇ ਰੱਖੇ ਨੇ ਲੋਕਾਂ ਨੇ, ਦਰਜੀ ਦਾ ਵੀ ਇੱਕ ਆਪਣਾ ਹੀ ਮੁਕਾਮ ਹੈ। ਖਵਾਤੀਨ ਦੀ ਜਿਹੜੀ ਦੁਨੀਆ ਹੈ ਉਹਦੇ ਵਿੱਚ ਦਰਜੀ ਨਾਲ ਦਾ ਮੁਕਾਮ ਔਰ ਅਹਿਮੀਅਤ ਨਾ ਅਮਰੀਕੀ ਸਦਰ ਦੀ ਹੈ, ਨਾ ਫਰੈਂਚ ਜਿਹੜਾ ਪ੍ਰੈਜ਼ੀਡੈਂਟ ਹੈ ਉਹਦੀ ਹੈ, ਅਤੇ ਨਾ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਦੀ ਹੈ। ਜਿਸ ਵੇਲੇ ਦਰਜੀ ਦੀ ਗੱਲ ਹੁੰਦੀ ਹੈ ਅਤੇ ਜਿਹੜੀਆਂ ਨਵੀਆਂ ਪੁਰਾਣੀਆਂ ਬੀਬੀਆਂ ਭੈਣਾਂ ਹੁੰਦੀਆਂ ਨੇ, ਮਤਲਬ ਕਿ ਭਾਵੇਂ ਕੋਈ 17 ਸਾਲਾਂ ਦੀ ਸਾਡੀ ਮਾਂ ਹੋਵੇ, ਅਤੇ ਭਾਵੇਂ ਸਾਡੀ ਕੋਈ ਬੱਚੀ ਜਿਹੜੀ ਹੈ ਉਹ 22 ਸਾਲਾਂ ਦੀ ਹੋਵੇ, ਅਤੇ ਭਾਵੇਂ ਸਾਡੀ ਕੋਈ ਭੈਣ 40 ਸਾਲਾਂ ਦੀ ਹੋਵੇ, ਜਿਹੜੀ ਮਰਜ਼ੀ ਉਮਰ ਹੋਵੇ, ਔਰ ਪਾਕਿਸਤਾਨ ਔਰ ਹਿੰਦੁਸਤਾਨ 'ਚੋਂ ਜਿਹੜਾ ਮਰਜ਼ੀ ਇਲਾਕਾ ਹੋਵੇ, ਜਿਹੜਾ ਮਰਜ਼ੀ ਰੰਗ, ਨਸਲ, ਮਜ਼ਹਬ ਕੋਈ ਵੀ ਹੋਵੇ, ਉਸ ਇਲਾਕੇ 'ਚੋਂ ਜਿਹੜਾ ਵੀ ਸਾਡੀ ਧੀ ਭੈਣ ਹੋਏਗੀ, ਉਹਦਾ ਜਿਹੜਾ ਨੰਬਰ 1 ਮਸਲਾ ਉਹ ਦਰਜੀ ਹੈ। ਜਾਂ ਉਹਨੇ ਵੇਲੇ 'ਤੇ ਕੱਪੜੇ ਨਹੀਂ ਦਿੱਤੇ, ਜਾਂ ਉਹਨੇ ਉਹਦਾ ਜਿਹੜਾ ਮੇਚ ਸੀ, ਸਾਈਜ਼ ਸੀ, ਉਹ ਸਹੀ ਨਹੀਂ ਸੀਤਾ, ਜਾਂ ਉਹਨੇ ਉਹਦਾ ਪੈਟਰਨ ਠੀਕ ਨਹੀਂ ਕੀਤਾ, ਜਾਂ ਸਿਲਾਈ ਠੀਕ ਨਹੀਂ ਹੋਈ, ਮਤਲਬ ਕੋਈ ਨਾ ਕੋਈ ਰੌਲਾ ਪਿਆ ਰਹਿੰਦਾ। ਕਿਸੇ ਦਾ ਕੱਪੜਾ ਥੁੜ ਗਿਆ ਅਤੇ ਕਿਸੇ ਦਾ ਕੱਪੜਾ ਉੱਧਰ ਨੂੰ ਵੱਧ ਲੱਗ ਗਿਆ ਅਤੇ ਕਿਸੇ ਦਾ ਉੱਧਰ ਨੂੰ ਘੱਟ ਲੱਗ ਗਿਆ। ਕਿਸੇ ਬੀਬੀ ਦਾ ਰੌਲਾ ਇਹ ਵੀ ਖੁੱਲ੍ਹੇ ਸੀਤੇ ਨੇ, ਅਤੇ ਕਿਸੇ ਬੀਬੀ ਦਾ ਰੌਲਾ ਇਹ ਹੈ ਕਿ ਭੀੜੇ ਸੀਤੇ ਨੇ, ਭੀੜੇ ਮਤਲਬ ਤੰਗ ਸੀਤੇ ਨੇ। ਕਿਸੇ ਦਾ ਵੀ ਇਹਦੇ 'ਤੇ ਇਹ ਬੀੜੇ ਲਾਉਣੇ ਸਨ, ਮਤਲਬ ਬਟਨ, ਅਤੇ ਕਿਸੇ ਨੇ ਆਖਿਆ ਵੀ ਇਹਦੇ 'ਤੇ ਇਹ ਲੇਸ ਲਾਉਣੀ ਸੀ, ਅਤੇ ਜਿਨ੍ਹਾਂ ਨੂੰ ਪੰਜਾਬੀ 'ਚ ਲੈਸਾਂ ਵੀ ਆਖਦੇ ਨੇ। ਅਤੇ ਖੈਰ ਰੌਲਾ ਇਹ ਹੀ ਪਿਆ ਰਹਿੰਦਾ। ਪਤਾ ਸਾਨੂੰ ਹੁਣ ਕਿਸ ਦਿਨ ਤੁਹਾਨੂੰ ਖਬਰ ਦਿਆਂਗੇ ਲੱਗਾ ਵੀ ਬਾਜੀ ਮਰੀਮ ਨੇ ਦਰਜੀ ਆਪਣਾ ਰੱਖਿਆ, ਉਹ ਉੱਥੇ ਘਰ ਬਹਿ ਕੇ ਹੀ ਕੱਪੜੇ ਸੀਂਦਾ ਅਤੇ ਉੱਥੇ ਹੀ ਉਹ ਬਹਿੰਦਾ ਹੈ, ਅਤੇ ਨਾਲ ਇੱਕ ਬਾਜੀ ਨੇ ਸੈਕਟਰੀ ਰੱਖੀ ਜਿਹੜੀ ਦਰਜੀ ਨੂੰ ਡੀਲ ਕਰਦੀ ਹੈ। ਚਲੋ ਹੋਰ ਕਿਸੇ ਕੰਮ 'ਚ ਬਾਜੀ ਸਿਆਣੀ ਹੈ ਜਾਂ ਨਹੀਂ ਸਿਆਣੀ, ਇਹ ਗੱਲ ਚੰਗੀ ਪਤਾ ਲੱਗੀ ਹੈ ਵੀ ਬਾਜੀ ਇਸ ਕੰਮ 'ਚ ਸਿਆਣੀ ਹੈ। ਬਾਜੀ ਨੇ ਕਮ ਸੇ ਕਮ ਦਰਜੀ ਜਿਹੜਾ ਹੈ ਨਾ ਉਹਨੂੰ ਬੰਨ੍ਹ ਪਾਇਆ ਹੋਇਆ, ਮਤਲਬ ਕਿ ਉਹਨੂੰ ਕਾਬੂ ਕੀਤਾ ਹੋਇਆ। ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਘਰੋਂ ਘਰੀ, ਇਹ ਤੁਸੀਂ ਮੇਰੀਆਂ ਗੱਲਾਂ 'ਤੇ ਕਈਆਂ ਦਾ ਹਾਸਾ ਨਿਕਲ ਰਿਹਾ, ਲੇਕਿਨ ਘਰੋਂ ਘਰੀ ਕਸਮੇ ਖੁਦਾ ਦੀ ਰੌਲਾ ਜਿਹੜਾ ਹੈ ਉਹ ਦਰਜੀ ਦਾ ਹੀ ਪਿਆ ਹੈ। ਅਤੇ ਬਹਰਹਾਲ ਵਾਪਸ ਆਉਣੇ ਇਸ ਗੱਲ 'ਤੇ ਜਿਹੜੀ ਤੁਹਾਨੂੰ ਸਮਝਾਉਣੀ ਸੀ ਵੀ ਇਹ ਜਿਹੜੀ ਵਿਚਲੀ ਗੱਲ ਅਸੀਂ ਲੱਭਦੇ ਹਾਂ ਨਾ, ਉਹ ਉੱਥੋਂ ਮੈਨੂੰ ਉਹ ਚੇਤਾ ਆਇਆ ਕਮਿਊਨੀਕੇਸ਼ਨ ਸਾਇੰਸ ਦਾ। ਅਤੇ ਉਹਨਾਂ ਨੇ ਆਖਿਆ ਕਿ ਜਦੋਂ ਕਿਤੇ ਜ਼ਨਾਨੀਆਂ ਬੈਠੀਆਂ ਗੱਲ ਕਰਦੀਆਂ ਹੁੰਦੀਆਂ ਤਾਂ ਉਹਨਾਂ ਨੂੰ ਸੁਣਿਆ ਕਰੋ ਵੀ ਇੱਕ ਕਰਦੀ ਹੈ, ਬਾਕੀ ਸਾਰੀਆਂ ਸੁਣਦੀਆਂ ਨੇ। ਜ਼ਿਆਦਾ ਤੋਂ ਜ਼ਿਆਦਾ ਉਹ ਹਾਂ ਜਾਂ ਆਹੋ ਨਹੀਂ ਆਹੋ, ਅਗਰ ਜ਼ਰਾ ਪੁਰਾਣਾ ਵੇਲਾ ਅਤੇ ਆਹੋ ਨਹੀਂ ਆਹੋ ਆਖਣਗੀਆਂ, ਨਵਾਂ ਵੇਲਾ ਅਤੇ ਯੈਸ ਜਾਂ ਕੋਈ ਹੋਰ ਲਫ਼ਜ਼ ਜਿਹੜਾ ਨਾ, ਗੌਟ ਇਟ, ਆਫ ਕੋਰਸ, ਐਬਸਲੂਟਲੀ, ਕੋਈ ਹੋਰ ਲਫ਼ਜ਼ ਜਿਹੜੇ ਵੀ ਉਹਨਾਂ ਦੇ ਹਿਸਾਬ ਕਿਤਾਬ ਦੇ ਵਿੱਚ ਚੱਲਦੇ ਨੇ ਉਹ ਆਖਣਗੇ। ਜਾਂ ਫਿਰ ਪੂਰੇ ਇਨਫਾਕ ਨਾਲ ਪੁੱਛਣਗੀਆਂ ਵੀ ਅੱਛਾ, ਅਤੇ ਅੱਛਾ ਦਾ ਮਤਲਬ ਹੁੰਦਾ ਵੀ ਹੋਰ ਦੱਸ, ਅਤੇ ਉਹ ਹੋਰ ਦੱਸੇਗੀ। ਇੱਕ ਗੱਲ ਉਹਨਾਂ ਦੇ ਵਿੱਚ ਹੋਰ ਵੀ ਖੂਬਸੂਰਤ ਹੈ ਜਿਹੜੀ ਮਰਦਾਂ 'ਚ ਨਹੀਂ ਹੈਗੀ। ਤੁਸੀਂ ਕੋਈ ਵੀ ਟਾਈ ਲਾਈ ਹੋਵੇ, ਮਸਲਨ ਮੈਂ ਜਿਹੜੀ ਟਾਈ ਬੰਨੀ ਸੀ ਉਹ 'ਤੇ ਵਜਾਹਤ ਸਈਦ ਖਾਨ ਸਾਹਿਬ ਨੇ ਮੇਰੀ ਟਾਈ ਫੜੀ
ਤੇ ਉਹਨਾਂ ਮੇਰੇ ਨਾਲ ਦੁਆ ਸਲਾਮ ਲਈ ਤੇ ਟਾਈ ਫੜਨ ਤੋਂ ਬਾਅਦ ਆਖਿਆ ਵੀ ਇਹਦੇ ਨਾਲ ਦੀ ਟਾਈ ਤੇ ਮੈਂ ਸਕੂਲੇ ਪਾਉਂਦਾ ਹੁੰਦਾ ਸਾਂ। ਹੁਣ ਇਹ ਅਗਰ ਕੋਈ ਜ਼ਨਾਨੀ ਦੂਜੀ ਜ਼ਨਾਨੀ ਨੂੰ ਕਹਿ ਦੇ ਤੇ ਇੱਥੇ ਤੇ ਪਾਣੀਪਤ ਦੀ ਲੜਾਈ ਛਿੜ ਜਾਏ। ਤੇ ਮੈਂ ਉਹਨੂੰ ਹੱਸ ਕੇ ਕਿਹਾ ਵੀ ਚੈੱਕ ਕਰਕੇ ਤੇ ਮੈਂ ਉਹੀ ਤਾਂ ਨਹੀਂ ਚੁੱਕ ਲਿਆ ਤੇਰੇ ਸਕੂਲ ਵਾਲੀ। ਤਾਂ ਮਤਲਬ ਜਿਹੜੇ ਮਰਦ ਨੇ ਉਹ ਇੱਕ ਦੂਜੇ ਨਾਲ ਜਿਸ ਵੇਲੇ ਕੱਪੜਿਆਂ ਲੀੜਿਆਂ ਦੀ ਗੱਲ ਵੀ ਕੋਈ ਨਹੀਂ ਕਰਦੇ, ਜੇ ਕਰਨ ਵੀ ਤੇ ਉਹ ਵੀ ਔਰੀ ਕਰਦੇ ਨੇ, ਭੈੜੀ ਕਰਦੇ ਨੇ। ਲੇਕਿਨ ਜ਼ਨਾਨੀਆਂ ਦੇ ਵਿੱਚ ਕਮ ਅਜ਼ ਕਮ ਇਹ ਗੱਲ ਇੱਕ ਚੰਗੀ ਹੈ ਕਿ ਉਹ ਇੱਕ ਦੂਜੀ ਦੀ ਤਾਰੀਫ ਕਰਦੀਆਂ ਨੇ। ਮੈਂ ਮਜ਼ਾਕ 'ਚ ਨਹੀਂ ਕਹਿਣ ਡਿਆ, ਐਪਰੀਸੀਏਸ਼ਨ ਸਾਡੇ ਕਲਚਰ 'ਚ ਨਾ ਹੋਣ ਦੇ ਬਰਾਬਰ ਹੈ। ਅਸੀਂ ਹਰ ਬੰਦੇ 'ਚ ਕੋਈ ਨਾ ਕੋਈ ਐਬ ਲੱਭਦੇ ਫਿਰਦੇ 24 ਘੰਟੇ। ਸਾਡਾ ਇੱਕੋ ਹੀ ਇੰਟਰਸਟ ਹੈ ਕਿ ਹਰ ਬੰਦੇ 'ਚ ਕੋਈ ਨਾ ਕੋਈ ਐਬ ਲੱਭੀਏ, ਅਤੇ ਜੇ ਕਿਸੇ ਨੇ ਸਾਨੂੰ ਮਾੜੀ ਚੰਗੀ ਆਖ ਦਿੱਤੀ, ਉਹ ਭਾਵੇਂ ਸਗੇ ਭੈਣ ਭਰਾ ਨੇ ਆਖੀ ਜਾਂ ਕਿਸੇ ਹੋਰ ਨੇ, ਤੇ ਉਹਦੀ ਗੰਢ ਵੀ ਦਿਲ 'ਚ ਬੰਨ੍ਹ ਕੇ ਤੇ ਉਹ ਭਾਰ ਮੋਢਿਆਂ 'ਤੇ ਚੁੱਕੀ ਫਿਰੀਏ। ਆਪਣੇ ਆਪ ਨੂੰ ਵੀ ਪਰੇਸ਼ਾਨ ਰੱਖੀਏ ਤੇ ਦੂਜੇ ਨੂੰ ਵੀ। ਉਹ ਬਈ ਜਾਣ ਦਿਆ ਕਰੋ ਗੱਲ ਨੂੰ, ਜਿਹੜਾ ਉਹ ਛੇਤੀ ਮੁਕਾਈਦਾ ਅਤੇ ਦਿਲੋਂ ਕੱਢ ਕੇ ਗਾਂਹ ਤੁਰੀਦਾ, ਤਾਂ ਕਿ ਜਿਹੜਾ ਆਪਣਾ ਜ਼ਮੀਰ ਹੈ ਉਹ ਵੀ ਹੌਲਾ ਰਹੇ, ਆਪਣਾ ਦਿਲ ਵੀ ਹੌਲਾ ਰਹੇ। ਅਤੇ ਮਰ ਕੇ ਸਾਰਿਆਂ ਕਬਰਾਂ ਚਲੇ ਜਾਣਾ ਇੱਕ ਦੂਜੇ ਦੇ ਬਾਰੇ। ਇਹ ਜਿਹੜੀ ਗੱਲ ਗੰਢ ਬੰਨ੍ਹ ਕੇ ਦਿਲ 'ਚ ਰੱਖਣੀ ਹੈ, ਇਹ ਤੁਹਾਨੂੰ ਹੀ ਤਕਲੀਫ ਦੇਣੀ ਹੈ। ਬੰਨੀਆਂ ਗੰਢਾਂ ਨੇ ਤੁਹਾਨੂੰ ਜਾਂ ਤਾਂ ਬਿਮਾਰੀਆਂ ਦੇਣੀਆਂ ਨੇ, ਜਾਂ ਪਰੇਸ਼ਾਨੀਆਂ ਦੇਣੀਆਂ ਨੇ, ਜਾਂ ਵਕਤ ਤੋਂ ਪਹਿਲਾਂ ਬੁਢਾਪਾ ਦੇਣਾ। ਹੁਣ ਤੁਸੀਂ ਆਖੋਗੇ ਵੀ ਤੁਸੀਂ ਜੇਦਾ ਜੀ ਬਣ ਗਏ ਹੋ, ਤੁਸੀਂ ਜਾਵੇਦ ਚੌਧਰੀ ਸਾਹਿਬ ਤਰ੍ਹਾਂ ਹਕੀਮ ਬਣ ਗਏ ਹੋ, ਅਤੇ ਮੈਂ ਇੱਥੇ ਹੀ ਗੱਲ ਰੋਕ ਦਿੰਦਾ ਕਿਤੇ ਮੈਂ ਮੈਡੀਕਲ ਸਾਇੰਸ ਦੇ ਉੱਤੇ ਰੌਸ਼ਨੀ ਨਾ ਪਾਉਣ ਲੱਗ ਪਾਂ, ਕਿਉਂਕਿ ਮੈਂ ਮੈਡੀਕਲ ਡਾਕਟਰ ਨਹੀਂ। ਬਹਰਹਾਲ ਇਸ ਗੱਲ 'ਤੇ ਮੈਂ ਸਹਿਮਤ ਹਾਂ ਕਿ ਇਹ ਖਵਾਤੀਨ ਜਦੋਂ ਇਕੱਠੀਆਂ ਬਹਿੰਦੀਆਂ ਨੇ ਤੇ ਕਮਿਊਨੀਕੇਸ਼ਨ ਸਾਇੰਸ ਐਟ ਇਟਸ ਪੀਕ ਹੁੰਦੀ ਹੈ। ਮਤਲਬ ਕਿ ਜਿਹੜੀ ਬੈਸਟ ਕਾਰਪੋਰੇਟ ਵਰਲਡ ਦੀਆਂ ਪ੍ਰੈਕਟਿਸਿਸ ਨੇ ਉਹ ਤੁਹਾਨੂੰ ਉੱਥੇ ਨਜ਼ਰ ਆਉਣਗੀਆਂ। ਇਨਾਮਾਕ ਵੀ ਨਜ਼ਰ ਆਏਗਾ, ਮਤਲਬ ਧਿਆਨ, ਔਰ ਕੰਪੋਜ਼ ਵੀ ਲੋਕੀ ਨਜ਼ਰ ਆਉਣਗੇ, ਪੂਰੇ ਦਾ ਪੂਰਾ ਇੰਟਰਸਟ ਵੀ ਨਜ਼ਰ ਆਏਗਾ, ਆਈ ਕੰਟੈਕਟ ਵੀ ਨਜ਼ਰ ਆਏਗਾ, ਫੇਸ਼ੀਅਲ ਐਕਸਪ੍ਰੈਸ਼ਨ ਵੀ ਨਜ਼ਰ ਆਉਣਗੇ, ਔਰ ਆਵਾਜ਼ ਕਿੱਥੇ ਬਹੁਤੀ ਚੁੱਕਣੀ ਹੈ, ਕਿੱਥੇ ਥੱਲੇ ਚੁੱਕਣੀ ਹੈ, ਕਿੱਥੇ ਹੈਰਾਨੀ ਦਾ ਲਫ਼ਜ਼ ਜਿਹੜਾ ਉਹ ਦੇਣਾ ਹੈ, ਕਿੱਥੇ ਐਕਸਪ੍ਰੈਸ਼ਨ ਜਿਹੜਾ ਉਹ ਦੇਣਾ ਹੈ ਕਿ ਇਹਦੇ 'ਤੇ ਬੜੀ ਵੱਡੀ ਪਰੇਸ਼ਾਨੀ ਦੀ, ਉਹ ਸਾਰੀਆਂ ਚੀਜ਼ਾਂ ਨਜ਼ਰ ਆਉਣਗੀਆਂ। ਔਰ ਤਾਰੀਫ ਵੀ ਹੋਏਗੀ ਵੀ ਇਹ ਜੋੜਾ ਬੜਾ ਚੰਗਾ ਹੈ। ਕਈ ਵਾਰੀ ਤਾਂ ਤੁਸੀਂ ਇਹ ਵੀ ਵੇਖਿਆ ਹੋਏਗਾ ਵੀ ਬੰਦੀਆਂ ਇੱਕ ਗਰੁੱਪ 'ਚ ਜਾਂਦੀਆਂ ਨੇ ਅਤੇ ਉੱਥੇ ਜਦੋਂ ਉਹ ਤਾਰੀਫ ਹੋ ਜਾਂਦੀ ਹੈ ਤਾਂ ਫਿਰ ਬਹੁਤਾ ਚਿਰ ਉੱਥੇ ਨਹੀਂ ਖਲੋਂਦੀਆਂ, ਕਿਉਂਕਿ ਉਹ ਜੋੜਾ ਕਿਸੇ ਹੋਰ ਟੋਲੀ ਨੂੰ ਹੀ ਵਿਖਾਉਣਾ ਹੁੰਦਾ। ਜਦੋਂ ਉੱਥੇ ਸਾਰੀਆਂ ਮੌਜੂਦ ਬੀਬੀਆਂ ਜਿਹੜੀਆਂ ਜਾਂ ਉਹਨਾਂ 'ਚੋਂ ਕੋਈ ਇੱਕ ਭਰਵੀਂ ਜੀ ਤਾਰੀਫ ਕਰਦੇ ਤੇ ਉੱਥੇ ਕੰਮ ਮੁੱਕ ਗਿਆ ਫਿਰ ਉਸ ਟੋਲੀ ਨਾਲ। ਫਿਰ ਉੱਥੋਂ ਗਾਂਹ ਤੁਰੋ ਅਤੇ ਦੂਸਰੀ ਟੋਲੀ ਦੇ ਵਿੱਚ ਜਾਓ, ਉੱਥੋਂ ਤਾਰੀਫ ਲਵੋ। ਜਦੋਂ ਸਾਰੀਆਂ ਉਹ ਜੋੜਾ ਵੇਖ ਲੈਣ ਅਤੇ ਫਿਰ ਵਾਪਸ ਆ ਕੇ ਜਿਹੜੀਆਂ ਆਪਣਾ ਹੀ ਖਾਸ ਟੋਲੀ ਹੈ, ਜਿੱਥੇ ਵਿਚਲੀ ਗੱਲ ਕਰਨੀ ਹੈ ਅਤੇ ਵਿਚਲੀ ਗੱਲ ਲੱਭਣੀ ਹੈ, ਉਹਨਾਂ ਦੇ ਕੋਲ ਆ ਕੇ ਖਲੋ ਜਾਓ। ਇਹ ਕੰਮ ਹੈ। ਅੱਛਾ, ਇਹ ਤਾਂ ਮੈਂ ਕੀਤੀਆਂ ਨੇ ਸਾਰੀਆਂ ਤਾਰੀਫਾਂ, ਕਿਉਂਕਿ ਜ਼ਾਹਿਰ ਹੈ ਅਸੀਂ ਇੱਕ ਤਮਾਮ ਦੇ ਤਮਾਮ, ਔਰ ਜਿਹੜੇ ਤੁਹਾਨੂੰ ਪਤਾ ਹੈ ਕਿ ਮਾਂ ਦੇ ਕਦਮਾਂ ਥੱਲੇ ਜੰਨਤ ਹੈ, ਅਤੇ ਤਾਰੀਫ ਹੀ ਕਰਨੀ ਚਾਹੀਦੀ ਹੈ, ਕਿਉਂਕਿ ਔਰਤ ਦੀ ਵਜ੍ਹਾ ਤੋਂ ਹੀ ਅਸੀਂ ਦੁਨੀਆ 'ਚ ਆਏ ਹਾਂ, ਅਤੇ ਇਹ ਸਾਨੂੰ ਚੇਤੇ ਰਹਿਣਾ ਚਾਹੀਦਾ। ਲੇਕਿਨ ਇੱਕ ਮੈਂ ਬਦਤਾਰੀਫ ਹੀ ਤਾਂ ਨਹੀਂ ਕਰਾਂਗਾ, ਲੇਕਿਨ ਇੱਕ ਜਸਾਰਤ ਕਰਾਂਗਾ ਵੀ ਦੂਜਾ ਕੰਮ ਵੀ ਇੱਕ ਬੜਾ ਖਾਸ ਹੈ। ਜਦੋਂ ਕਿਸੇ ਦੇ ਜੋੜੇ ਦੀ ਤਾਰੀਫ ਕਰਨੀ ਹੈ, ਉਹਦੇ ਸਾਹਮਣੇ ਤਾਂ ਜ਼ਰੂਰ ਕਰਨੀ, ਲੇਕਿਨ ਜਿਸ ਵੇਲੇ ਉੱਥੋਂ ਹਿੱਲ ਗਈ ਅਤੇ ਉਸ ਤੋਂ ਬਾਅਦ ਆਖਣਾ ਹੈ ਕਿ बस थोड़ा ओल्ड फैशन सा था, ठीक तो है लेकिन कुछ जचा नहीं इस पर, ठीक तो है लेकिन ये तो वही नहीं है जो इसने पिछले साल भी पहना था, या कहना है कि तो मेरी भाभी ने पिछले साल पाया होया सी, या कहना है कि कोई मेरा मतलब है कि इसकी चॉइस ठीक नहीं है, इन्हू समझ नहीं आती, या ये कैरी ठीक नहीं करती, या बहरहाल वो हुण एक अगली डिटेल है। वो कैरी तो मैनूं होर कोई चेते आ गया, तुहानूं पता है कि वो शहजाद अकबर साहब ने दस्सिया सी कि बाजी मरियम अपने आप नूं कैरी बड़ा चंगा करते हैं। ਉਹਨਾਂ ਆਖਿਆ ਸੀ ਵੀ ਜਨਰਲ ਸਾਹਿਬ ਨੇ ਆਖਿਆ ਅਤੇ ਤਕਰੀਰ ਵੀ ਬੜੀ ਚੰਗੀ ਕਰਦੇ ਨੇ, ਅਤੇ ਉੱਧਰ ਨਾ ਗੱਲ ਨਿਕਲ ਜਾਏ। ਲੇਕਿਨ ਮੁਖਤਸਰ ਗੱਲ ਇਹ ਹੈ ਕਿ ਜਿੰਨਾ ਚਿਰ ਕੋਈ ਉੱਥੇ ਖਲੋਤਾ ਹੈ ਅਤੇ ਉਹਦੀ ਤਾਰੀਫ ਹੋਣੀ, ਉਹਦੇ ਜੋੜੇ ਦੀ ਤਾਰੀਫ ਹੋਣੀ। ਜਦੋਂ ਉੱਥੋਂ ਹਿੱਲ ਗਈ ਭੈਣ ਬੀਬੀ ਅਤੇ ਉਸ ਤੋਂ ਬਾਅਦ ਉਹਦੀਆਂ ਧੂੜਾਂ ਪੁੱਟ ਦੇਣੀਆਂ ਨੇ, ਉਹਦੀਆਂ ਵੀ, ਉਹਦੇ ਜੋੜੇ ਦੀਆਂ ਵੀ ਅਤੇ ਉਹਦੇ ਦਰਜੀ ਦੀਆਂ ਵੀ। ਮਤਲਬ ਕੋਈ ਸ਼ੈ ਪੱਲੇ ਉਸ ਜੋੜੇ ਦੇ ਛੱਡਣੀ ਨਹੀਂ। ਇਹ ਪਹਿਲੇ ਸਾਰੇ ਕੰਮ ਅਗਰ ਤੁਸੀਂ ਕਰੋ ਤਾਂ ਬੜੀਆਂ ਚੰਗੀਆਂ ਲੱਗਦੀਆਂ ਜੇ। ਇਹ ਜਿਹੜਾ ਆਖਰੀ ਕੰਮ ਹੈ, ਇਹਨੂੰ ਆਈ ਅੰਡਰਸਟੈਂਡ ਕਿ ਬੰਦੇ ਨੂੰ ਗੈਸ ਹੋ ਜਾਂਦੀ, ਪੰਜਾਬੀ 'ਚ ਗੈਸ ਕਹਿੰਦੇ ਨੇ ਉਹਨੂੰ, ਉਹ ਹੋ ਜਾਂਦੀ ਆਈ ਅੰਡਰਸਟੈਂਡ। ਲੇਕਿਨ ਅਗਰ ਡੱਕਲਾ ਹੋਇਆ ਹੈ ਬਦ ਤਾਰੀਫੀ, ਤਾਂ ਚਲੋ ਬਾਥਰੂਮ 'ਚ ਜਾ ਕੇ, ਜਿਹਨੂੰ ਪੰਜਾਬੀ 'ਚ ਖੁਰਾ ਆਉਂਦੇ ਨੇ, ਸ਼ੀਸ਼ੇ ਦੇ ਸਾਹਮਣੇ ਖਲੋ ਕੇ ਉੱਥੇ ਕਹਿ ਲਓ ਵੀ ਇਹ ਰਜ਼ੀਆ ਦਾ, ਇਹ ਸਾਦੀਆ ਦਾ, ਇਹ ਨਾਇਲਾ ਦਾ, ਜਿਹੜਾ ਵੀ ਨਾਂ ਹੈ, ਇਹਦਾ ਡਰੈਸ ਜਿਹੜਾ ਬੜਾ ਹੀ ਭੈੜਾ ਸੀ, ਅਤੇ ਕਿਉਂ ਲੋਕਾਂ ਦੇ ਸਾਹਮਣੇ ਕਹਿ ਕੇ ਉਹਦਾ ਦਿਲ ਜਿਹੜਾ ਤੋੜਨਾ ਹੈ। ਉਹਨੇ ਜਿਹੋ ਜਿਹਾ ਪਾਇਆ ਉਹਨੂੰ ਆਖੋ ਵੀ ਚੰਗੀ ਲੱਗਣ ਡਈ ਹੈ, ਅਤੇ ਉਹ ਵੀ ਰਾਜ਼ੀ ਅਤੇ ਤੁਸੀਂ ਵੀ ਰਾਜ਼ੀ। ਉਹਨੇ ਤੁਹਾਡੀ ਤਾਰੀਫ ਕਰਤੀ, ਤੁਸੀਂ ਉਹਨਾਂ ਦੀ ਕਰ ਦਿੱਤੀ। ਅਤੇ ਬਹਰਹਾਲ ਅਗਲੀ ਖਬਰ ਵਾਲੇ ਪਾਸੇ ਚੱਲਣੇ, ਕਿਉਂਕਿ ਇਹ ਗੱਲ ਥੋੜ੍ਹੀ ਜਿਹੀ ਲੰਮੀ ਹੋ ਗਈ, ਕਿਉਂਕਿ ਵਿਚਲੀ ਗੱਲ ਸੀ, ਮੈਂ ਵੀ ਵਿਚਲੀ ਗੱਲ ਲੱਭਣ ਵਾਲੇ ਪਾਸੇ ਨੂੰ ਤੁਰ ਪਿਆ। ਅੱਛਾ ਜੀ, ਕੌਮੀ ਅਸੈਂਬਲੀ ਦੇ ਰੁਕਨ ਨੇ ਮੀਆਂ ਗੌਸ ਪਾਕਿਸਤਾਨ ਤਹਿਰੀਕ ਇਨਸਾਫ ਤੋਂ, ਉਹਨਾਂ ਨੂੰ ਮੁਬੈਨਾ ਤੌਰ 'ਤੇ ਏਜੰਸੀਆਂ ਨੇ, ਮੁਬੈਨਾ ਕੀ ਹੈ ਹੁਣ ਇਹਦੇ 'ਚ ਮੁਬੈਨਾ ਕੀ ਕਹਿਣਾ, ਏਜੰਸੀਆਂ ਨੇ ਜ਼ਾਹਿਰ ਹੈ, ਜਾਂ ISI ਨੇ ਜਾਂ MI ਨੇ, ਉਹਨਾਂ ਨੇ ਲਾਹੌਰ ਤੋਂ ਉਹਨਾਂ ਦੀ ਰਿਹਾਇਸ਼ਗਾਹ ਤੋਂ ਅਗਵਾ ਕਰ ਲਿਆ। ਸ਼ੱਬੇ ਮਿਰਾਜ ਦੀ ਬਾਬਰਕਤ ਰਾਤ ਨੂੰ
ਸਾਡੀ ਰਿਆਸਤ ਦੇ ਕੰਮ ਵੇਖੋ ਕਿਹੋ ਜਿਹੇ ਨੇ। ਘਰ ਦੀ ਚਾਦਰ ਤੇ ਚਾਰ ਦੀਵਾਰੀ ਨੂੰ ਉਹਨਾਂ ਨੇ ਤੋੜਿਆ, ਭੰਨਿਆ, ਔਰ ਘਰ ਦੇ ਅੰਦਰ ਜਾ ਕੇ ਇੱਕ ਗੈਰ ਮੁੰਤਖਬ ਹਕੂਮਤ ਜਿਹੜੀ ਹੈ ਉਹਨੂੰ ਕਾਇਮ ਰੱਖਣ ਵਾਸਤੇ ਏਜੰਸੀਆਂ ਨੇ ਉਹਨਾਂ ਨੂੰ ਮੀਆਂ ਗੌਸ ਸਾਹਿਬ ਨੂੰ ਜਿਹੜਾ ਉਹ ਅਗਵਾ ਕਰ ਲਿਆ। ਹੁਣ ਇਸ ਤੋਂ ਵੱਡੀ ਬੇਸ਼ਰਮੀ ਹੋਰ ਕੀ ਹੋ ਸਕਦੀ ਹੈ ਕਿ ਸ਼ਬੇ ਮਿਰਾਜ ਦੀ ਰਾਤ ਨੂੰ ਲੋਕਾਂ ਦੀ ਜਿਹੜੀ ਚਾਦਰ ਚਾਰ ਦੀਵਾਰੀ ਹੈ ਉਹਨੂੰ ਪਾਮਾਲ ਕੀਤਾ ਜਾ ਰਿਹਾ। ਮਕਸਦ ਇੱਕੋ ਹੀ ਹੈ ਕਿ ਸਾਡਾ ਇਕਤਦਾਰ ਜਿਹੜਾ ਉਹ ਲੰਮਾ ਹੋ ਜਾਏ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਕਿ ਇਮਰਾਨ ਖਾਨ ਸਾਹਿਬ ਦੀ ਹਦਾਇਤ ਤੇ ਪਾਕਿਸਤਾਨ ਤਹਿਰੀਕ ਇਨਸਾਫ ਨੇ ਆਲੀਆ ਹਮਜ਼ਾ ਸਾਹਿਬਾ ਨੂੰ ਪਾਰਟੀ ਦਾ ਚੀਫ ਆਰਗੇਨਾਈਜ਼ਰ ਪੰਜਾਬ ਮੁਕਰਰ ਕਰ ਦਿੱਤਾ ਹੈ। ਜੀ ਹਾਂ, ਚੀਫ ਆਰਗੇਨਾਈਜ਼ਰ ਪੰਜਾਬ। ਇਹ ਬੜੀ ਸੁਥਰੀ ਅਪਾਇੰਟਮੈਂਟ ਕੀਤੀ ਗਈ ਹੈ ਤੇ ਬੜੀ ਚੰਗੀ ਔਰ ਬੜੀ ਵੇਲੇ ਦੇ ਨਾਲ ਅਪਾਇੰਟਮੈਂਟ ਕੀਤੀ ਗਈ ਹੈ। ਆਲੀਆ ਹਮਜ਼ਾ ਇੱਕ ਤੇ ਮਿਹਨਤੀ ਬੜੀ ਹੈ, ਬਹੁਤ ਡਾਢੀ ਮਿਹਨਤੀ ਹੈ, ਲੱਗੀ ਰਹਿੰਦੀ ਹੈ। ਜਿਵੇਂ ਤੁਸੀਂ ਆਖੋ ਨਾ ਵੀ ਕੀੜੀ ਜਿਵੇਂ ਮਿਹਨਤ ਕਰਦੀ ਹੈ, ਉਵੇਂ ਆਲੀਆ ਹਮਜ਼ਾ ਮਤਲਬ ਨਿੱਕਾ ਕੰਮ ਲੱਗੀ ਰਹਿੰਦੀ ਹੈ। ਇਹਨੂੰ ਪ੍ਰਾਈਮ ਮਿਨਿਸਟਰ ਸਾਹਿਬ ਨੇ ਫਾਰਮਰ ਪ੍ਰਾਈਮ ਮਿਨਿਸਟਰ ਸਾਹਿਬ ਨੇ ਇਹਨਾਂ ਨੂੰ ਸਾਡੀ ਭੈਣ ਜਿਹੜੀ ਆਲੀਆ ਹਮਜ਼ਾ ਹੈ ਇਹਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਤੂੰ ਮੈਂਬਰ ਸਾਜ਼ੀ ਕਰਨੀ ਹੈ, ਔਰ ਮਤਲਬ ਕਿ ਜਿਹੜੀ ਇੱਕ ਪੂਰੀ ਆਰਗੇਨਾਈਜੇਸ਼ਨ ਹੈ ਪਾਰਟੀ ਦੀ ਉਹਨੂੰ ਜ਼ਰਾ ਉਠਾਉਣਾ ਹੈ ਪੂਰੀ ਦੀ ਪੂਰੀ। ਨਵੇਂ ਮੈਂਬਰ, ਪੁਰਾਣੇ ਮੈਂਬਰਸ ਜਿਹੜੇ ਨੇ ਉਹਨਾਂ ਨੂੰ ਵੀ ਮੋਟੀਵੇਟ ਕਰਨਾ, ਮਤਲਬ ਕਿ ਪੂਰੀ ਆਰਗੇਨਾਈਜੇਸ਼ਨ ਜਿਹੜੀ ਪਾਰਟੀ ਦੀ ਹੈ ਉਹਦੇ ਵਿੱਚ ਇੱਕ ਨਵੀਂ ਜ਼ਿੰਦਗੀ ਭਰਨੀ ਹੈ, ਔਰ ਤਾਂ ਕਿ ਅੱਗੋਂ ਅਗਰ ਜਿੱਦੋਜਹਿਦ ਦਾ ਕੋਈ ਵੇਲਾ ਆਵੇ ਤੇ ਪੰਜਾਬ ਦੇ ਵਿੱਚੋਂ ਵੀ ਤਗੜੀ ਆਵਾਜ਼ ਆਵੇ। ਇਹ ਬੜੀ ਸੁਥਰੀ ਅਪਾਇੰਟਮੈਂਟ ਹੈ ਔਰ ਸਾਡੀ ਤਮਾਮ ਸਤਾਇਸ਼ ਜਿਹੜੀ ਹੈ ਉਹ ਇਹਦੇ ਨਾਲ ਹੈ। ਅੱਛਾ ਜੀ, ਅਗਲੀ ਖਬਰ ਲੰਦਨ ਤੋਂ ਹੈ। ਸ਼ਰੀਫ ਖਾਨਦਾਨ ਨੂੰ ਸਕਾਟਲੈਂਡ ਯਾਰਡ ਪੁਲਿਸ ਨੇ ਜਾ ਕੇ ਦੱਸਿਆ ਹੈ ਵੀ ਤੁਹਾਨੂੰ ਖਤਰਾ ਹੈ, ਤੁਹਾਨੂੰ ਕੋਈ ਬੰਦਾ ਜਿਹੜਾ ਹੈ ਉਹ ਮਾਰ ਕੁੱਟ ਨਾ ਦੇਵੇ, ਕਿਤੇ ਕੁੱਟ ਨਾ ਪੈ ਜਾਏ, ਇਸ ਲਈ ਧਿਆਨ ਨਾਲ ਘਰੋਂ ਨਿਕਲਿਓ ਤਾਂ ਕਿ ਕੋਈ ਬੰਦਾ ਤੁਹਾਡੇ 'ਤੇ ਤਸ਼ੱਦਦ ਨਾ ਕਰੇ। ਵੇਖੋ, ਤਸ਼ੱਦਦ ਤੁਹਾਡੇ ਸਿਆਸੀ ਮੁਖਾਲਫ 'ਤੇ ਹੋਵੇ ਉਹ ਵੀ ਗਲਤ ਹੈ, ਤੁਹਾਡੇ 'ਤੇ ਉਹ ਵੀ ਗਲਤ ਹੈ। ਮੈਂ ਕਦੇ ਵੀ ਤਸ਼ੱਦਦ ਨੂੰ ਸਪੋਰਟ ਨਹੀਂ ਕਰ ਸਕਦਾ, ਇਸ ਲਈ ਪੁਲਿਸ ਨੇ ਉਹਨਾਂ ਨੂੰ ਜਿਹੜੀ ਵਾਰਨਿੰਗ ਦਿੱਤੀ ਹੈ, ਮੈਂ ਵੀ ਉਹਨਾਂ ਨੂੰ ਇਹ ਮਸ਼ਵਰਾ ਦਿਆਂਗਾ ਵੀ ਆਪਣਾ ਧਿਆਨ ਕਰੋ। ਤੇ ਇਹ ਹੁਣ ਸਾਨੂੰ ਇਹ ਨਹੀਂ ਪਤਾ ਕਿ ਇਹ ਮਸ਼ਵਰਾ ਕਿਉਂ ਦਿੱਤਾ ਪੁਲਿਸ ਨੇ, ਕੋਈ ਟੈਰਰਿਜ਼ਮ ਦਾ ਖਤਰਾ ਹੈ ਜਾਂ ਉਹਨਾਂ ਨੂੰ ਲੱਗਾ ਕਿ ਪਾਕਿਸਤਾਨੀ ਕਮਿਊਨਿਟੀ 'ਚੋਂ ਲੋਕਾਂ ਨੇ ਮਾਮਲਾ ਜਿਹੜਾ ਕੀਤਾ, ਇਹ ਸਾਡੇ ਇਲਮ 'ਚ ਨਹੀਂ। ਲੇਕਿਨ ਸ਼ਰੀਫ ਖਾਨਦਾਨ ਨੂੰ ਜਾ ਕੇ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਤੁਹਾਨੂੰ ਜਿਹੜਾ ਉਹ ਖਤਰਾ ਹੈ ਔਰ ਤੁਹਾਨੂੰ ਕੋਈ ਬੰਦਾ ਕਿਸੇ ਵੀ ਜਗ੍ਹਾ 'ਤੇ ਕੁੱਟ ਮਾਰ ਸਕਦਾ ਹੈ, ਤੇ ਇਹ ਗੱਲ ਪਤਾ ਲੱਗੀ। ਅੱਛਾ ਜੀ, ਚੀਫ ਇਲੈਕਸ਼ਨ ਕਮਿਸ਼ਨਰ ਦੀ ਹੁਣ ਸੀਟ ਖਾਲੀ ਹੋਣ ਡਈ, ਹਲੇ ਤੇ ਉਹੀ ਕੰਮ ਕਰਦੇ ਰਹਿਣਗੇ ਜਿਹੜੇ ਕਰਨ ਡਏ ਨੇ, ਤੇ ਇਹ ਵੀ 26ਵੀਂ ਤਰਮੀਮ ਦੇ ਵਿੱਚੋਂ ਬੁਰਾਈ ਕੱਢੀ ਉਹਨਾਂ ਨੇ ਕਿ ਚੀਫ ਇਲੈਕਸ਼ਨ ਕਮਿਸ਼ਨਰ ਬਦਲਣਾ ਹੀ ਨਹੀਂ, ਤੇ ਆਉਣ ਵਾਲੇ ਗੱਲਾਂ ਦੇ ਵਿੱਚ ਆਉਣ ਵਾਲੇ ਵੇਲੇ ਦੇ ਵਿੱਚ ਪਤਾ ਲੱਗੇਗਾ ਵੀ ਹੁਣ ਕਿਹਨੂੰ ਲਾਉਂਦੇ ਨੇ। ਤੇ ਇੱਥੇ ਅਸੀਂ ਵੀ ਤੁਸੀਂ ਵੀ ਦੱਸਣਾ ਵੀ ਕਿਹਨੂੰ ਲਾ ਦੇਣ ਚੀਫ ਇਲੈਕਸ਼ਨ ਕਮਿਸ਼ਨਰ, ਕਿਉਂਕਿ ਚੌਧਰੀ ਨੇ ਉਹਨੂੰ ਹੀ ਲਾਉਣਾ ਜਿਹੜਾ ਉਹਨਾਂ ਦੇ ਹੱਥ ਦਾ ਹੋਵੇ। ਮੈਨੂੰ ਬਹਰਹਾਲ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।